स्टूडेंट्स ਜਿਹੜਾ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਟੌਪਿਕ ਹੈ ਮਲਟੀਪਲ ਇਨਹੈਰੀਟੈਂਸ ਵਿਦਆਊਟ ਯੂਜ਼ਿੰਗ ਕੰਸਟਰਕਟਰ ਐਂਡ ਵਿਦ ਯੂਜ਼ਿੰਗ ਕੰਸਟਰਕਟਰ। ਸਾਨੂੰ ਸਭ ਨੂੰ ਪਤਾ ਹੈ ਕਿ ਮਲਟੀਪਲ ਇਨਹੈਰੀਟੈਂਸ ਦੇ ਪ੍ਰੋਗਰਾਮ 'ਚ ਆਪਾਂ ਕੋਲ ਡਾਇਗਰਾਮੈਟਿਕਲੀ ਇਸ ਤਰ੍ਹਾਂ ਦਾ ਸਿਨੈਰੀਓ ਹੈ ਕਿ ਕਲਾਸ A ਅਤੇ B ਦੋ ਅਲੱਗ-ਅਲੱਗ ਕਲਾਸਿਸ ਨੇ, ਉਹਨਾਂ ਨੂੰ ਅਸੀਂ ਕਲਾਸ C 'ਚ ਇਨਹੈਰਿਟ ਕਰਨ ਜਾ ਰਹੇ ਹਾਂ। ਦੇਖੋ ਕਲਾਸ A ਜਿਹੜੀ ਹੈ ਉਹਦਾ ਕੋਈ ਆਪਣਾ ਡਾਟਾ ਹੋਏਗਾ, ਉਹਨੂੰ ਅਸੀਂ ਪ੍ਰੋਟੈਕਟਡ ਰੱਖਾਂਗੇ। ਕਲਾਸ B ਦਾ ਕੋਈ ਆਪਣਾ ਡਾਟਾ ਹੋਏਗਾ, ਕੋਈ ਫੰਕਸ਼ਨ ਹੋਣਗੇ, ਉਹਨੂੰ ਵੀ ਅਸੀਂ ਪ੍ਰੋਟੈਕਟਡ ਰੱਖਾਂਗੇ। ਕਲਾਸ C 'ਚ ਦੋਨਾਂ ਕਲਾਸਿਸ A ਅਤੇ B ਨੂੰ ਅਸੀਂ ਪਬਲਿਕਲੀ ਕਾਲ ਕਰਾਂਗੇ। ਫਿਰ ਅਸੀਂ ਵਾਇਡ ਮੇਨ 'ਚ ਜਾ ਕੇ ਕਲਾਸ C ਦਾ ਆਬਜੈਕਟ ਕ੍ਰੀਏਟ ਕਰਾਂਗੇ। ਸਮਝਣ ਵਾਲੀ ਜੋ ਗੱਲ ਹੈ ਕਿ ਕਲਾਸ A ਦੇ ਵਿੱਚ ਆਪਾਂ ਇੱਕ ਵੇਰੀਏਬਲ ਲਿਆ ਇੰਟ A ਪ੍ਰੋਟੈਕਟਡ, ਪਬਲਿਕ ਅਸੈਸ 'ਚ ਗੈਟ A ਫੰਕਸ਼ਨ ਲਿਖ ਲਿਆ ਅਤੇ ਪੁੱਟ ਫੰਕਸ਼ਨ ਲਿਖ ਲਿਆ। ਗੈਟ ਫੰਕਸ਼ਨ 'ਚ ਸਿੰਪਲੀ ਰਿਸਪੋਂਸੀਬਿਲਿਟੀ ਕੀ ਹੈ ਗੈਟ ਫੰਕਸ਼ਨ ਦੀ, ਵੇਰੀਏਬਲ A ਦੀ ਵੈਲਿਊ ਨੂੰ ਐਂਟਰ ਕਰਨਾ ਕੰਸੋਲ ਇਨ। ਪੁੱਟ ਫੰਕਸ਼ਨ ਦੀ ਰਿਸਪੋਂਸੀਬਿਲਿਟੀ ਹੈ ਕਿ ਵੈਲਿਊ ਨੂੰ ਡਿਸਪਲੇ ਕਰ ਦੇਣਾ A ਦੀ ਵੈਲਿਊ ਨੂੰ। ਕਲਾਸ B ਇਹਦੇ 'ਚ ਅਸੀਂ ਇਨਹੈਰਿਟ ਨਹੀਂ ਕੁਛ ਕੀਤਾ ਕਲਾਸ B 'ਚ, ਬਿਕੋਜ਼ ਡਾਇਗਰਾਮੈਟਿਕਲੀ ਕਲਾਸ B ਸੈਪਰੇਟ ਹੈ। ਸੋ ਕਲਾਸ B ਨੂੰ ਇੰਡੀਪੈਂਡੈਂਟਲੀ ਡਿਜ਼ਾਈਨ ਕਰਨਾ ਵਾ, ਡਿਫਾਈਨ ਕਰ ਰਹੇ ਹਾਂ ਉਹਨੂੰ ਕਿ ਪ੍ਰੋਟੈਕਟਡ ਵੇਰੀਏਬਲ ਲੈ ਲਿਆ B, ਪਬਲਿਕ 'ਚ ਵਾਈਡ ਐਂਟਰ ਫੰਕਸ਼ਨ ਜੋ B ਦੀ ਵੈਲਿਊ ਐਂਟਰ ਕਰਦਾ ਪਿਆ, ਵਾਈਡ ਸ਼ੋ ਫੰਕਸ਼ਨ B ਦੀ ਵੈਲਿਊ ਨੂੰ ਡਿਸਪਲੇ ਕਰਦਾ ਪਿਆ। ਦੈਨ ਕਲਾਸ C 'ਚ A ਅਤੇ B ਨੂੰ ਇਕੱਠਿਆਂ ਕਾਲ ਕਰ ਦਿੱਤਾ। ਦਿਸ ਇਜ਼ ਸਿੰਟੈਕਸ ਫॉर ਮਲਟੀਪਲ ਇਨਹੈਰੀਟੈਂਸ। ਕਲਾਸ C ਕੋਲਨ ਪਬਲਿਕ A ਕੋਮਾ B। ਸੋ ਇੱਥੇ ਆਪਾਂ ਵੇਰੀਏਬਲ C ਜਿਹੜਾ ਕਲਾਸ ਦਾ ਵਾ ਉਹਨੂੰ ਪ੍ਰਾਈਵੇਟ ਰੱਖ ਸਕਦੇ ਹਾਂ, ਕਿਉਂਕਿ ਨੀਚੇ C ਨੇ ਕਲਾਸ ਨੇ ਕਿਤੇ ਨਹੀਂ ਜਾਣਾ। ਸੋ ਪਬਲਿਕ 'ਚ ਆਪਾਂ ਇੱਕ ਇਨਪੁਟ ਫੰਕਸ਼ਨ ਫੋਰ ਐਂਟਰਿੰਗ ਦ ਵੈਲਿਊ ਆਫ C, ਇੱਕ ਡਿਸਪਲੇ ਫੰਕਸ਼ਨ ਜਿਹੜਾ C ਦੀ ਵੈਲਿਊ ਨੂੰ ਡਿਸਪਲੇ ਕਰਦਾ ਪਿਆ। ਵਾਈਡ ਮੇਨ 'ਚ ਆ ਗਏ ਕਲਾਸ C ਦਾ ਆਬਜੈਕਟ ਬਣਾਓ, ਉਹਦੇ ਲਈ ਗੈਟ ਫੰਕਸ਼ਨ ਨੂੰ ਵੀ ਰਨ ਕਰੋ, ਉਹਦੇ ਲਈ ਪੁੱਟ ਨੂੰ ਵੀ ਰਨ ਕਰੋ, ਐਂਟਰ ਨੂੰ ਵੀ, ਸ਼ੋ ਨੂੰ ਵੀ, ਇਨਪੁਟ ਨੂੰ ਵੀ ਅਤੇ ਡਿਸਪਲੇ ਨੂੰ। ਇਹ ਸਾਰੇ ਫੰਕਸ਼ਨ ਕੌਣ ਨੇ? ਗੈਟ ਅਤੇ ਪੁੱਟ A ਦੇ ਕੋਰਸਪੋਂਡਿੰਗ ਫੰਕਸ਼ਨ ਨੇ, ਐਂਟਰ ਅਤੇ ਸ਼ੋ B ਦੇ ਕੋਰਸਪੋਂਡਿੰਗ ਨੇ, ਅਤੇ C ਦੇ ਆਪਣੇ ਫੰਕਸ਼ਨ ਨੇ ਇਨਪੁਟ ਅਤੇ ਡਿਸਪਲੇ। ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਇੱਥੇ ਆ ਕੇ ਕਾਲ ਕਰ ਦਿੰਦੇ ਹੋ, ਠੀਕ ਹੈ। ਸੋ ਜਦੋਂ ਪ੍ਰੋਗਰਾਮ ਐਗਜ਼ੀਕਿਊਟ ਕਰਦੇ ਹੋ ਤੁਸੀਂ, ਜਦੋਂ ਪ੍ਰੋਗਰਾਮ ਐਗਜ਼ੀਕਿਊਟ ਕਰੋਗੇ ਇਹਦੀ ਆਊਟਪੁੱਟ ਕਿਸ ਤਰ੍ਹਾਂ ਦੀ ਆਏਗੀ, ਸਿਨੈਰੀਓ ਸਾਰਾ ਜਦੋਂ ਤੁਸੀਂ ਰਨ ਕਰਦੇ ਹੋ ਕਿ ਆਊਟਪੁੱਟ 'ਚ ਕੀ ਹੋਏਗਾ। ਮੇਨਲੀ ਸਪੋਜ਼ ਕਰੋ ਮੈਂ ਇੱਥੇ ਲਿਖ ਦੇਣਾ ਆਊਟਪੁੱਟ, ਆਊਟਪੁੱਟ 'ਚ ਮੇਨਲੀ ਕੀ ਆਏਗਾ ਕਿ ਤੁਹਾਡੇ ਕੋਲ ਜਿੰਨੇ ਵੀ ਕਲਾਸ C ਦੇ ਲਈ ਆਬਜੈਕਟ ਬਣ ਗਿਆ ਉਹਦੇ ਲਈ ਗੈਟ ਨੂੰ ਕਾਲ ਜਾਏਗੀ। ਦੇਖੋ ਜਦੋਂ C ਕੋ ਗਿਆ ਨਾ, C ਕੋ ਗਿਆ ਅਤੇ C ਨੇ ਪਬਲਿਕ A ਅਤੇ B ਨੂੰ ਕਾਲ ਕੀਤੀ ਹੈ, ਪਹਿਲਾਂ A ਕੋ ਜਾਣਾ ਹੈ, ਕਲਾਸ A ਕੋ ਜਾਏਗਾ ਫੰਕਸ਼ਨ, ਕਲਾਸ A ਕੋ ਉਹਨੇ ਕਰਨਾ ਵਾ ਗੈਟ ਨੂੰ ਰਨ ਕੀਤਾ, ਕਰਸਰ ਬਲਿੰਕ ਕਰ ਰਿਹਾ, ਤੁਸੀਂ ਕੋਈ ਵੈਲਿਊ ਲਿਖ ਦਿੱਤੀ 10, ਉਹ A 'ਚ ਚਲੀ ਗਈ। ਆਪਾਂ ਪੁੱਟ ਫੰਕਸ਼ਨ ਨੂੰ ਰਨ ਕੀਤਾ, ਇਸ ਤੋਂ ਬਾਅਦ ਲਿਖਿਆ ਜਾਏਗਾ A = 10, ਕੰਟਰੋਲ ਚਲਾ ਗਿਆ ਕਲਾਸ B ਕੋ, ਕਰਸਰ ਬਲਿੰਕ ਕਰ ਰਿਹਾ, ਆਪਾਂ ਲਿਖਤਾ 20, ਰਿਜ਼ਲਟ ਆ ਗਿਆ B = 20। ਹੁਣ ਕਰਸਰ ਵਾਪਸ ਆ ਗਿਆ C ਦੇ ਵਿੱਚ, ਠੀਕ ਹੈ। C ਦੇ ਵਿੱਚ ਆਪਾਂ ਵੇਰੀਏਬਲ C ਲਿਖਿਆ ਦਾ ਵਾ, ਇਨਪੁਟ ਫੰਕਸ਼ਨ ਰਨ ਹੋਇਆ ਦਾ, C ਇਹਦੇ ਕਰਸਰ ਬਲਿੰਕ ਕਰ ਰਿਹਾ, ਆਪਾਂ ਲਿਖਤਾ ਵੈਲਿਊ ਦੇਤੀ ਕੋਈ ਐਨੀ ਵੈਲਿਊ ਲਾਈਕ 30 ਅਤੇ ਰਿਜ਼ਲਟ ਆ ਜਾਏਗਾ C = 30। ਇਸ ਤਰ੍ਹਾਂ ਕਰਕੇ ਇਹਦੀ ਆਊਟਪੁੱਟ ਜਿਹੜੀ ਹੈ ਸਾਨੂੰ ਸਕਰੀਨ 'ਤੇ ਨਜ਼ਰ ਆਏਗੀ। ਸੋ ਦਿਸ ਇਜ਼ ਕਿ ਜੇ ਆਪਾਂ ਮਲਟੀਪਲ ਇਨਹੈਰੀਟੈਂਸ ਵਿਦਆਊਟ ਕੰਸਟਰਕਟਰ ਫੰਕਸ਼ਨ ਕਰਦੇ ਹਾਂ, ਉੱਪਰ ਲਿਖਿਆ ਹੋਇਆ ਹੈ ਕਿ ਦਿਸ ਇਜ਼ ਵਿਦਆਊਟ ਕੰਸਟਰਕਟਰ। ਜੇ ਆਪਾਂ ਵਿਦ ਕੰਸਟਰਕਟਰ ਇਹ ਪ੍ਰੋਗਰਾਮ ਨੂੰ ਕਰਨਾ ਹੈ, ਅਸੀਂ ਕੀ ਕਰਾਂਗੇ, ਇੱਕ ਛੋਟੀ ਜਿਹੀ ਚੇਂਜ ਕਰਾਂਗੇ ਕਿ ਜਿਵੇਂ ਅਸੀਂ ਕਲਾਸ A ਦੀ ਡੈਫੀਨੇਸ਼ਨ ਲਿਖੀ, ਜਦੋਂ ਅਸੀਂ ਕਲਾਸ A ਦੀ ਡੈਫੀਨੇਸ਼ਨ ਲਿਖੀ ਫ਼ਰਕ ਕੀ ਪਾ ਦਿੱਤਾ, ਕਲਾਸ A ਦੀ ਡੈਫੀਨੇਸ਼ਨ 'ਚ ਹੁਣ ਮੈਂ ਇੱਕ ਕੰਸਟਰਕਟਰ ਫੰਕਸ਼ਨ ਇਸਤੇਮਾਲ ਕਰ ਲਿਆ। ਡਾਇਗਰਾਮ ਉਹੀ ਹੈ, A B ਨੂੰ C 'ਚ ਕਾਲ ਕਰਨਾ। ਅਸੀਂ ਕੀਤਾ ਕਿ ਕਲਾਸ A ਦੀ ਡੈਫੀਨੇਸ਼ਨ 'ਚ ਇੱਕ ਵੇਰੀਏਬਲ ਲੈ ਲਿਆ ਇੰਟ A, ਹੁਣ ਦੋ ਫੰਕਸ਼ਨ ਦੀ ਬਜਾਏ ਅਸੀਂ ਕੰਸਟਰਕਟਰ ਫੰਕਸ਼ਨ ਨੂੰ ਲਿਖ ਲਿਆ ਪਬਲਿਕ ਅਸੈਸ ਦੇ ਵਿੱਚ, ਛੋਟਾ A 10 ਕੰਸੋਲ A। ਦਿਸ ਇਜ਼ ਫੰਕਸ਼ਨੈਲਿਟੀ ਅਸਾਈਨ ਟੂ ਦ ਕੰਸਟਰਕਟਰ ਕਿ ਆਪਣੇ ਆਪ ਕੰਸਟਰਕਟਰ ਇੰਨਾ ਕੰਮ ਜਿਹੜਾ ਵਾ ਸਾਡੇ ਲਈ ਕਰ ਦੇਗਾ। ਕਲਾਸ B ਵੀ ਵੱਖਰੀ ਹੈ, ਇੰਡੀਪੈਂਡੈਂਟ ਹੈ, ਉਹਦੇ 'ਚ ਵੀ ਅਸੀਂ ਵੇਰੀਏਬਲ B ਨੂੰ ਛੋਟੇ ਨੂੰ ਵੈਲਿਊ ਦੇ ਦਿੱਤੀ 20, C ਆਊਟ ਕਰ ਦਿੱਤਾ। ਕਲਾਸ C 'ਚ ਪਬਲਿਕਲੀ A ਅਤੇ B ਨੂੰ ਕਾਲ ਕਰ ਦਿੱਤਾ, ਛੋਟਾ ਵੇਰੀਏਬਲ C ਹੈ, ਉਹਨੂੰ ਇਸ C ਕੰਸਟਰਕਟਰ ਨਾਲ C ਨੂੰ 30 ਵੈਲਿਊ ਦਿੱਤੀ ਅਤੇ C ਆਊਟ ਕਰ ਦਿੱਤਾ। ਸੋ ਅਲਟੀਮੇਟਲੀ ਜਿਹੜਾ ਫ਼ਰਕ ਪੈ ਗਿਆ ਨਾ ਪ੍ਰੋਗਰਾਮ 'ਚ, ਦੇਖੋ ਕਲਾਸ A
ਦੇ ਵਿੱਚ ਕੰਸਟਰਕਟਰ ਇਸਤੇਮਾਲ ਕਰ ਲਿਆ, ਬੀ 'ਚ ਇਸਤੇਮਾਲ ਕਰ ਲਿਆ, ਸੀ 'ਚ ਇਸਤੇਮਾਲ ਕਰ ਲਿਆ। ਹੁਣ ਅਸੀਂ ਵਾਈਡ ਮੇਨ 'ਚ ਜਾ ਕੇ ਸਿੰਪਲੀ ਸੀ ਦਾ ਆਬਜੈਕਟ ਕ੍ਰੀਏਟ ਕਰਨਾ ਹੈ। ਇੱਥੇ ਓ ਲਿਖ ਲਓ, ਐਨੀ ਅਦਰ ਵੇਰੀਏਬਲ ਯੂ ਕੈਨ ਰਾਈਟ, ਕੋਈ ਵੀ ਵੇਰੀਏਬਲ ਲਿਖ ਸਕਦੇ ਹੋ। ਅਸੀਂ ਜਾਣ ਬੁੱਝ ਕੇ OBJ ਲਿਖਤਾ। ਹੁਣ ਦੇਖੋ ਮੈਨੂੰ OBJ ਦੇ ਲਈ ਜਿਹੜਾ ਆਬਜੈਕਟ ਹੈ ਉਹਦੇ ਲਈ ਨਾ ਤੇ ਕਲਾਸ A ਦੇ ਕਿਸੇ ਫੰਕਸ਼ਨ ਨੂੰ ਰਨ ਕਰਨ ਦੀ ਲੋੜ ਪਈ, ਬਿਕੋਜ਼ ਇਹਦੇ 'ਚ ਕੋਈ ਫੰਕਸ਼ਨ ਆਪਾਂ ਲਿਖਿਆ ਹੀ ਨਹੀਂ। ਕੰਸਟਰਕਟਰ ਫੰਕਸ਼ਨ ਜਿਹੜਾ ਲਿਖਿਆ ਵਾ ਉਹਨੇ ਆਟੋਮੈਟਿਕਲੀ ਐਗਜ਼ੀਕਿਊਟ ਹੋ ਜਾਣਾ, ਠੀਕ ਹੈ। ਬਟ ਫਲੋ ਕਿਸ ਤਰ੍ਹਾਂ ਹੋਏਗਾ, ਕਿਉਂਕਿ ਅਸੀਂ ਸੀ ਦੇ ਲਈ ਆਬਜੈਕਟ ਬਣਾਇਆ, ਪਹਿਲਾਂ ਕੰਟਰੋਲ ਜਾਏਗਾ ਸੀ ਦੇ ਕੋਲ, ਸੀ ਕੋ ਕੰਟਰੋਲ ਗਿਆ, ਉਹਨੇ ਭੇਜਤਾ A ਕੋਲ, A ਕੋ ਚਲਾ ਗਿਆ, A ਦੇ ਕੋਰਸਪੋਂਡਿੰਗ ਕੰਸਟਰਕਟਰ ਰਨ ਹੋ ਜਾਣਾ, ਰਿਜ਼ਲਟ ਆ ਜਾਏਗਾ A = 10। ਹੁਣ ਦੇਖੋ ਜਦੋਂ A ਵਾਲਾ ਕੰਮ ਹੋ ਗਿਆ, ਅਸੀਂ ਹੁਣ ਵਾਪਸ ਵਿੱਚ ਆ ਗਏ, B ਕੋ ਚਲਾ ਗਿਆ ਕੰਸਟਰਕਟਰ ਫੰਕਸ਼ਨ, B ਕਲਾਸ ਚਲੇ ਗਏ ਕੰਟਰੋਲ ਦੇ ਨੂੰ ਲੈ ਕੇ, B ਦੀ ਵੈਲਿਊ 20 ਤੇ ਸੀ ਆਊਟ ਕਰ ਦੇਗਾ B, ਸੋ ਇੱਥੇ B 20 ਆ ਜਾਏਗਾ। ਹੁਣ ਵਾਪਸ ਕੰਟਰੋਲ ਜਿਹੜਾ ਵਾ ਕਲਾਸ C 'ਚ ਵਾਪਸ ਆਇਆ, C ਨੂੰ 30 ਤੇ C ਨੂੰ ਡਿਸਪਲੇ ਕਰ ਦਿੱਤਾ। ਸੋ ਦਿਸ ਵੇ your program will be executed. So you have to see the difference between two concept कि जे असी विदाउट कंस्ट्रक्टर करते हैं प्रोग्राम तो फिर की है, जे विद कंस्ट्रक्टर करते हैं प्रोग्राम तो फिर किद्दां कोडिंग होनी है। यह प्रोग्राम सी विद कंस्ट्रक्टर, ये असी कंस्ट्रक्टर फंक्शन इस्तेमाल करके क्लास A B तो C ਨੂੰ डिफाइन किया। तो दैन जो वाइड मेन लिखा वा ये सानू इंडिपेंडेंटली फंक्शनस ਨੂੰ रन करने की लोड़ नहीं पई। ये इंपॉर्टेंट कंसैप्ट है। प्लीज़ इंप्लीमेंट दिस प्रोग्राम and get the results. Thank you.